ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ। ਕਬੀਰ ਜੀਓ ਨਾਮ ਦਿਓ ਜੀਓ, ਰਵਿਦਾਸ ਜੀਓ। ਆਸਾ ਸ੍ਰੀ ਕਬੀਰ ਜੀਓ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹ ਜਿਉ ਪਾਇਆ। ਕਮਨ ਕਾਜ ਜਗ ਉਪਜੈ ਬਿਨ ਸੈ, ਕਹੋ ਮੋਹਿ ਸਮਝਾਇਆ। ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ। ਜਨਮ ਮਰਨ ਦੁਖ ਫੇੜ ਕਰਮ ਸੁਖ, ਜੀ ਜਨਮ ਤੇ ਛੂਟੈ। ਰਹਾਉ ਮਾਇਆ ਫਾਸ ਬੰਦ ਨਹੀਂ ਫਾਰੈ, ਅਰ ਮਨ ਸੁਨ ਨਾ ਲੂਕੇ। ਆਪਾ ਪਦ ਨਿਰਵਾਣ ਨ ਚੀਨਿਆ, ਇਨ ਬਿਦ ਅਭਿਓ ਨ ਚੂਕੇ। ਕਹੀ ਨ ਉਪਜੈ ਉਪਜੀ ਜਾਣੈ, ਭਾਵ ਅਭਾਵ ਬਿਹੂਣਾ। ਉਦੈ ਅਸਤ ਕੀ ਮਨ ਬੁੱਧ ਨਾਸੀ, ਤੋ ਸਦਾ ਸਹਿਜ ਲਿਵ ਲੀਣਾ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ। ਕਹੋ ਕਬੀਰ ਐਸਾ ਗੁਣ ਬ੍ਰਹਮ ਭਾਗਾ, ਤਉ ਮਨ ਸੁਨ ਸਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਆਸਾ ਰਾਗ ਦੀ ਪਵਿੱਤਰ ਬਾਣੀ, ਜਿੱਥੇ ਤੀਕਰ ਗੁਰੂ ਸਾਹਿਬਾਨ ਦੀ ਬਾਣੀ ਸੀ, ਉਸ ਦੀ ਸਮਾਪਤੀ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਸੰਪਾਦਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਬਾਣੀ ਦੀ ਤਰਤੀਬ ਇਸ ਤਰ੍ਹਾਂ ਕੀਤੀ। ਤੋ ਹੁਣ ਭਗਤ ਬਾਣੀ ਦਾ ਆਰੰਭ ਹੁੰਦਾ ਤੇ ਆਰੰਭ ਸਮੇਂ ਮਰਿਆਦਾ ਅਨੁਸਾਰ ਪਹਿਲਾ ਮੂਲ ਮੰਤਰ ਦਾ ਪਾਠ। ਇਹਨੂੰ ਅਸੀਂ ਮੰਗਲਾਚਰਨ ਵੀ ਕਹਿ ਸਕਦੇ। ਪਰਮਾਤਮਾ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ, ਸਦਾ ਸਤ ਹੈ, ਨਾਮ ਰੂਪ ਹੈ, ਸਾਰੇ ਸੰਸਾਰ ਦਾ ਕਰਤਾ ਹੈ। ਪਰ ਐਸਾ ਕਰਤਾ ਹੈ ਕਿ ਆਪਣੀ ਕ੍ਰੀਏਸ਼ਨ ਰਚਨਾ ਦੇ ਵਿੱਚ ਸਮਾਇਆ ਹੋਇਆ। ਨਿਰਭਉ ਭੈ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ। ਅਕਾਲ ਮੂਰਤ ਉਹਦੀ ਹਸਤੀ ਕਾਲ ਦੀ ਪਕੜ ਤੋਂ ਰਹਿਤ। ਅਜੂਨੀ ਉਹ ਜੂਨੀਆਂ ਦੇ ਚੱਕਰ ਵਿੱਚ ਨਹੀਂ। ਸੈਭੰ ਸੁਤੇ ਪ੍ਰਕਾਸ਼, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਰਾਗ ਆਸਾ ਬਾਣੀ ਭਗਤਾਂ ਕੀ। ਆਸਾ ਰਾਗ ਵਿੱਚ ਭਗਤ ਸਾਹਿਬਾਨ ਦੀ ਬਾਣੀ ਆਰੰਭ ਹੁੰਦੀ। ਕਬੀਰ ਜੀਓ ਨਾਮ ਦਿਓ ਜੀਓ, ਰਵਿਦਾਸ ਜੀਓ। ਕਿਆ ਕਮਾਲ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਤੋਂ ਕੁਰਬਾਨ ਜਾਈ।
ਕਿਸੇ ਵੀ ਗੁਰੂ ਸਾਹਿਬਾਨ ਨੂੰ ਮਹਿਲਾ ਪਹਿਲਾ, ਦੂਜਾ, ਤੀਜਾ ਤੇ ਲਿਖੇ, ਪਰ ਜੀਓ ਕਹਿ ਕੇ ਭਗਤਾਂ ਨੂੰ ਸੰਬੋਧਨ ਕੀਤਾ। ਇਹ ਭਗਤਾਂ ਦਾ ਆਦਰ ਹੈ, ਸਤਿਕਾਰ ਹੈ। ਇਹਨਾਂ ਸੂਖਸ਼ਮ ਗੱਲਾਂ ਨੂੰ ਨਾ ਜਾਣਨ ਤੇ ਨਾ ਜਣਾਉਣ ਕਰਕੇ ਅੱਜ ਭਗਤ ਵੀ ਤਥਾ ਭਗਤਾਂ ਦੇ ਮੰਨਣ ਵਾਲੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੇ ਵੰਡਣ ਦਾ ਯਤਨ ਕਰ ਰਹੇ ਨੇ। ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਾਂਗਾ, ਸਾਡੇ ਲਈ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਤਥਾ ਜਿਤਨੇ ਵੀ ਭਗਤ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਗੁਰੂ ਤੋਲਾ ਹਨ। ਭਾਵ ਉਹਦੇ ਵਿੱਚ ਕੋਈ ਫਰਕ ਨਹੀਂ। ਜਦੋਂ ਮੈਂ ਪੜ੍ਹਦਾ ਹਾਂ ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਇਹਨਾਂ ਬੋਲਾਂ ਤੋਂ ਗੁਰੂ ਮਹਾਰਾਜ ਵੱਲੋਂ ਭਗਤ ਸਾਹਿਬਾਨ ਨੂੰ ਦਿੱਤਾ ਹੋਇਆ ਸਤਿਕਾਰ ਡੁੱਲ ਡੁੱਲ ਕੇ ਪੈਂਦਾ। ਫਿਰ ਆਸਾ ਸ੍ਰੀ ਕਬੀਰ ਜੀਓ। ਹੁਣ ਭਗਤ ਬਾਣੀ ਦੀ ਤਰਤੀਬ ਦੇ ਮੁਤਾਬਕ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਆਰੰਭ ਹੁੰਦੀ। ਆਮ ਟੀਕਾਕਾਰਾਂ ਨੇ, ਵਿਦਵਾਨਾਂ ਨੇ ਆਰੰਭ ਤੋਂ ਹੀ ਸ਼ੁਰੂ ਕੀਤਾ, ਪਰ ਪ੍ਰਿੰਸੀਪਲ ਸਾਹਿਬ ਸਿੰਘ ਜੀ ਦਾ ਜੋ ਤਰੀਕਾ ਹੈ, ਮੈਂ ਇਹ ਨਹੀਂ ਕਹਿੰਦਾ ਕਿ ਹੋਰ ਵੀ ਕਈਆਂ ਨੇ ਅਪਣਾਇਆ ਹੋਵੇਗਾ, ਹੋ ਸਕਦਾ ਮੈਂ ਸ਼ਾਇਦ ਸਟੀਕ ਨਾ ਪੜ੍ਹੇ ਹੋ, ਪਰ ਪ੍ਰਿੰਸੀਪਲ ਸਾਹਿਬ ਜੀ ਦਾ ਇਹ ਤਰੀਕਾ ਵਿਦਵਾਨਾਂ ਲਈ, ਕਥਾਵਾਚਕਾਂ ਲਈ ਬੜੀ ਸਹਾਇਤਾ ਦਿੰਦਾ। ਉਹ ਕਿਹੜਾ ਤਰੀਕਾ ਹੈ ਕਿ ਭਗਤ ਜੀ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਗੱਲ ਰਹਾਓ ਤੋਂ ਸ਼ੁਰੂ ਕਰਦੇ, ਕਿਉਂਕਿ ਪ੍ਰਿੰਸੀਪਲ ਸਾਹਿਬ ਜੀ ਦਾ ਆਈਡੀਆ ਹੈ ਕਿ ਰਹਾਓ ਦੀ ਪੰਕਤੀ ਜੋ ਹੈ ਉਹ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ। ਉਹ ਕਰੇ ਕੋਈ ਜੇ ਆਪਣੀ ਮਰਜ਼ੀ ਨਾਲ, ਪਰ ਮੇਰੀ ਬੇਨਤੀ ਹੈ ਕਿ ਜੇ ਰਹਾਓ ਦੀ ਪੰਕਤੀ ਤੋਂ ਗੱਲ ਸ਼ੁਰੂ ਕਰੋਗੇ ਤਾਂ ਗੱਲ ਛੇਤੀ ਸਮਝ ਆਵੇਗੀ। ਭਗਤ ਜੀ ਕਹਿੰਦੇ ਨੇ, ਮੈਂ ਆਪਣੇ ਗੁਰੂ ਦੇਵ ਦੇ ਚਰਨਾਂ ਵਿੱਚ ਅਰਦਾਸ ਕੀਤੀ। ਭਗਤ ਕਬੀਰ ਜੀ ਦੇ ਗੁਰੂ ਕੌਣ ਸਨ? ਰਾਮਾਨੰਦ ਜੀ। ਰਾਮਾਨੰਦ ਜੀ ਨੂੰ ਨਮਸਕਾਰ ਕਰਕੇ ਬੇਨਤੀ ਕਰਦੇ, ਦੇਵ ਕਰੋ ਦਇਆ, ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ। ਦੇਵ ਸ਼ਬਦ ਜਿਹੜਾ ਇਹ ਦੇਵਤੇ ਲਈ ਵਰਤਿਆ ਜਾਂਦਾ, ਇਹ ਪਰਮਾਤਮਾ ਲਈ ਵੀ ਵਰਤਿਆ ਗਿਆ, ਇਹ ਪ੍ਰਕਾਸ਼ ਰੂਪ ਲਈ ਵੀ ਵਰਤਿਆ, ਕਿਉਂਕਿ ਗੁਰੂ ਜੋ ਹੈ ਉਹਦੇ ਅੰਦਰ ਪ੍ਰਕਾਸ਼ ਹੈ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਤੋ ਕਬੀਰ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ, ਦੇਵ ਕਰੋ ਦਇਆ, हे ਪ੍ਰਕਾਸ਼ ਰੂਪ ਸਤਿਗੁਰੂ ਮੇਰੇ ਤੇ ਦਇਆ ਕਰੋ, ਮੋਹੇ ਮਾਰਗ ਲਾਵੋ, ਇਹਨੂੰ ਮੋਹੇ ਪੜ੍ਹਨਾ, ਮੈਨੂੰ ਮਾਰਗ ਲਾਵੋ, ਮਾਰਗ ਦੇ ਗੱਗੇ ਨੂੰ ਸਿਆਰੀ, ਮੈਨੂੰ ਰਸਤੇ ਤੇ ਤੋਰ ਨਾ ਕਰੋ, ਮੈਨੂੰ ਸਿੱਧਾ ਰਸਤਾ ਦੱਸੋ। ਜਿਤ ਭੈ ਬੰਧਨ ਟੂਟੈ, ਜਿਸ ਰਸਤੇ ਤੇ ਤੁਰਨ ਕਰਕੇ ਮੇਰੇ ਅੰਦਰੋਂ ਇਹ ਜਗਤ ਦਾ ਡਰ ਤੇ ਮਾਇਆ ਦੇ ਜਿਹੜੇ ਬੰਧਨ ਹਨ ਉਹ ਟੁੱਟ ਜਾਣ। ਭਗਤ ਜੀ ਕਹਿੰਦੇ ਨੇ ਗੁਰੂ ਅੱਗੇ ਇਹ ਅਰਦਾਸ ਕਰੀ, ਦੇਵ ਕਰੋ ਦਇਆ, ਮੋਹਿ ਮਾਰਗ ਲਾਵੋ,
ਜਿਤ ਭੈ ਬੰਧਨ ਟੂਟੈ। ਜਿਸ ਰਸਤੇ ਤੇ ਤੁਰਨ ਕਰਕੇ ਮੇਰਾ ਜਗਤ ਵਾਲਾ ਡਰ ਤੇ ਮਾਇਆ ਵਾਲੇ ਬੰਧਨ ਟੁੱਟ ਜਾਣ। ਜਨਮ ਮਰਨ ਦੁੱਖ ਫੇੜ ਕਰਮ ਸੁਖ, ਜੀ ਜਨਮ ਤੇ ਛੂਟੈ। ਇਹ ਜਿਹੜਾ ਜੰਮਣ ਮਰਨ ਦਾ ਦੁੱਖ ਹੈ, ਇਹ ਜਿਹੜਾ ਜੀ ਨੂੰ ਕੀਤੇ ਹੋਏ ਕਰਮਾਂ ਅਨੁਸਾਰ ਦੁੱਖ ਸੁੱਖ ਮਿਲਦਾ, ਇਹਦੇ ਤੋਂ ਛੁੱਟ ਜਾਏ, ਬੰਧਨ ਰਹਿਤ ਹੋ ਜਾਏ। ਫਿਰ ਧਿਆਨ ਦਿਓ, ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ। ਜਨਮ ਮਰਨ ਦੁੱਖ ਫੇੜ ਕਰਮ ਸੁਖ, ਜੀ ਜਨਮ ਤੇ ਛੂਟੈ। ਇਹ ਜੀਵ ਨੂੰ ਕੀਤੇ ਹੋਏ ਕਰਮਾਂ ਅਨੁਸਾਰ ਜੰਮਣ ਮਰਨ ਤੇ ਦੁੱਖ ਸੁੱਖ ਦੇ ਜਿਹੜੇ ਝੇੜੇ ਨੇ, ਜੰਜਾਲ ਨੇ, ਇਹ ਮੁੱਕ ਜਾ। ਹੁਣ ਅਸੀਂ ਸ਼ਬਦ ਦੀ ਆਰੰਭਤਾ ਵੱਲ ਆਉਂਦੇ। ਗੁਰ ਚਰਨ ਲਾਗ ਹਮ ਬਿਨਮਤਾ, ਪੁੱਛਤ ਕਹ ਜਿਉ ਪਾਇਆ। ਮੈਂ ਗੁਰੂ ਦੇ ਚਰਨਾਂ ਨਾਲ ਲੱਗ, ਗੁਰੂ ਦੇ ਚਰਨਾਂ ਤੇ ਨਮਸਕਾਰ ਕਰਕੇ ਨਤਮਸਤਕ ਹੋ ਕੇ ਬੇਨਤੀ ਕਰਦਾ। ਗੁਰ ਚਰਨ ਲਾਗ ਹਮ ਬਿਨਮਤਾ, ਪੁੱਛਤ ਕਹ ਜਿਉ ਪਾਇਆ। ਮੈਨੂੰ ਕਿਰਪਾ ਕਰਕੇ ਸਮਝਾਓ, ਇਹ ਜਿਹੜਾ ਜੀਵ ਹੈ ਕਾਹਦੇ ਲਈ ਪੈਦਾ ਕੀਤਾ ਗਿਆ, ਇਹਦਾ ਮਕਸਦ ਕੀ ਹੈ? ਜੇ ਕਾ ਜਿਉ ਪਾਇਆ ਦੇ ਵੱਖ-ਵੱਖ ਅਰਥ ਕਰੀਏ ਵੀ ਇਹ ਜੀਵ ਮਾਤਾ ਦੇ ਗਰਭ ਵਿੱਚ ਕਿਉਂ ਆਇਆ? ਪਾਇਆ ਦਾ ਅਰਥ ਕਿਵੇਂ ਪਾਇਆ, ਕਿਉਂ ਪਾਇਆ? ਜੇ ਦੇ ਅਰਥ ਉਪਾਇਆ ਕਰੀਏ ਤੇ ਬਈ ਇਸ ਨੂੰ ਕਿਉਂ ਜਨਮ ਦਿੱਤਾ? ਗੁਰ ਚਰਨ ਲਾਗ ਹਮ ਬਿਨਮਤਾ, ਪੁੱਛਤ ਕਹ ਜਿਉ ਪਾਇਆ। ਕਮਨ ਕਾਜ ਜਗ ਉਪਜੈ ਬਿਨ ਸੈ, ਕਹੋ ਮੋਹਿ ਸਮਝਾਇਆ। ਕਮਨ ਕਾਜ, ਕਾਜ ਦੇ ਜੱਜੇ ਨੂੰ ਸਿਹਾਰੀ ਹੈ। ਕਿਹੜੇ ਕੰਮ ਕਰਨ ਵਾਸਤੇ? ਜਗ ਉਪਜੈ ਬਿਨ ਸੈ, ਜਗ ਕੁਲੈਕਟਿਵ ਨਾਉਨ ਹੈ, ਉਪਜਦਾ ਹੈ ਤੇ ਨਾਸ ਹੁੰਦਾ। ਕਹੋ ਮੋਹਿ ਸਮਝਾਇਆ, ਮੈਨੂੰ ਸਮਝਾ ਕੇ ਦੱਸਣਾ ਕਰੋ। ਭਾਵ ਮੇਰੇ ਇਸ ਸਵਾਲ ਦਾ ਜਵਾਬ ਦੇਣਾ ਕਰੋ। ਦੇਖੋ, ਜਿਵੇਂ ਇੱਕ ਸਟੂਡੈਂਟ, ਇੱਕ ਵਿਦਿਆਰਥੀ ਸਵਾਲ ਸਮਝਣ ਵਾਸਤੇ ਆਪਣੇ ਉਸਤਾਦ ਅੱਗੇ ਬੇਨਤੀ ਕਰ, ਤੇ ਉਸਤਾਦ ਦਾ ਫਰਜ਼ ਹੈ ਉਸ ਨੂੰ ਸਮਝਾਉਣਾ। ਸੱਚਮੁੱਚ ਇਸੇ ਤਰ੍ਹਾਂ ਜੋ ਅਧਿਆਤਮਕ ਗੁਰੂ ਹੈ, ਗਿਆਨ ਦਾਤਾ ਹੈ, ਉਹਦਾ ਸੰਬੰਧ ਵੀ ਇਹੋ ਹੀ ਹੈ। ਗੁਰ ਚਰਨ ਲਾਗ ਹਮ ਬਿਨਮਤਾ, ਪੁੱਛਤ ਕਹ ਜਿਉ ਪਾਇਆ। ਕਮਨ ਕਾਜ ਜਗ ਉਪਜੈ ਬਿਨ ਸੈ, ਕਹੋ ਮੋਹਿ ਸਮਝਾਇਆ। ਕਿਤਨਾ ਸੁੰਦਰ ਤਰੀਕਾ ਹੈ ਭਗਤ ਜੀ। ਭਾਈ ਅਸੀਂ ਵੀ ਸਾਰੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠ ਕੇ ਪੁੱਛੀਏ, ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ। ਜਨਮ ਮਰਨ ਦੁੱਖ ਫੇੜ ਕਰਮ ਸੁਖ, ਜੀ ਜਨਮ ਤੇ ਛੂਟੈ ਰਹਾਓ। ਮਾਇਆ ਫਾਸ ਬੰਦ ਨਹੀਂ ਫਾਰੈ, ਅਰ ਮਨ ਸੁਨ ਨਾ ਲੂਕੈ। ਮੇਰਾ ਇਹ ਮਨ ਇਹ ਮਾਇਆ ਦੀ ਫਾਈ ਨੂੰ ਫਾੜਦਾ ਨਹੀਂ, ਭਾਵ ਇਹਨੂੰ ਤੋੜਦਾ ਨਹੀਂ, ਕੱਟਦਾ ਨਹੀਂ, ਇਹਦੇ ਵਿੱਚ ਹੀ ਫਸਿਆ ਹੋਇਆ। ਮਾਇਆ ਫਾਸ ਬੰਦ ਨਹੀਂ ਫਾਰੈ,
ਆਰ ਮਨ ਸੁਨ ਨਾ ਲੂਕੈ, ਅਤੇ ਇਹ ਮੇਰਾ ਮਨ ਸੁਨ ਅਫੁਰ ਅਵਸਥਾ ਵਿੱਚ ਕਦੇ ਆਉਂਦਾ ਹੀ ਨਹੀਂ। ਸੱਚਮੁੱਚ ਮੈਂ ਆਪਣੀ ਜਗ੍ਹਾ, ਤੁਸੀਂ ਆਪਣੀ ਜਗ੍ਹਾ ਵਿਚਾਰ ਕੇ ਦੇਖੋ ਕਿ ਜਿਤਨਾ ਸਮਾਂ ਅਸੀਂ ਮਾਇਆ ਲਈ ਲਾਉਂਦੇ ਹਾਂ, ਜਿਤਨਾ ਸਮਾਂ ਅਸੀਂ ਇਹਦੀ ਹਉਮੈ ਵਿੱਚ ਫਸਦੇ ਹਾਂ, ਕਦੇ ਅੰਦਰੋਂ ਚਾਹਿਆ ਹੈ ਕਿ ਅਸੀਂ ਇਸ ਤੋਂ ਛੁੱਟੀਏ। ਭਗਤ ਜੀ ਮਾਨੋ ਸਮੁੱਚੀ ਮਨੁੱਖਤਾ ਦੀ ਪ੍ਰਤੀਨਿਧਤਾ ਕਰ ਰਹੇ। ਇਹ ਸਾਡੀ ਸਾਰਿਆਂ ਦੀ ਇਹੋ ਹਾਲਤ। ਮਾਇਆ ਫਾਸ ਬੰਦ ਨਹੀਂ ਫਾਰੈ, ਅਰ ਮਨ ਸੁਨ ਨਾ ਲੂਕੇ, ਸੁਨ ਦੇ ਨੰਨੇ ਨੂੰ ਸਿਆਰੀ। ਅਫੁਰ ਅਵਸਥਾ ਵਿੱਚ ਕਦੇ ਟਿਕਦਾ ਹੀ ਨਹੀਂ। ਲੁਕੈ ਤੋਂ ਭਾਵ ਹੈ ਲੁਕਦਾ ਨਹੀਂ, ਟਿਕਦਾ ਨਹੀਂ, ਆਸਰਾ ਨਹੀਂ ਲੈਂਦਾ, ਬੜਾ ਖੁਸ਼ ਰਹਿੰਦਾ ਮਾਇਆ ਦੀ ਸੋਚ ਵਿੱਚ। ਮੈਂ ਉੱਥੇ ਗਿਆ, ਉੱਥੋਂ ਆ ਆਇਆ, ਉੱਥੋਂ ਉਹ ਆਵੇਗਾ, ਉੱਥੋਂ ਉਹ ਮਿਲੇਗਾ, ਬਸ। ਆਪਾ ਪਦ ਨਿਰਬਾਣ ਨਾ ਚੀਨਿਆ, ਇਨ ਬਿਦ ਅਪਿਓ ਨਾ ਚੂਕੈ। ਆਪਾ ਪਦ, ਆਪਾ ਪਦ ਦਾ ਮਤਲਬ ਆਪਣੇ ਆਪ ਨੂੰ, ਆਪਣੇ ਅਸਲੇ ਨੂੰ, ਜਿਹਦੇ ਲਈ ਬਾਣੀ ਸਾਨੂੰ ਪ੍ਰੇਰਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਾ ਪਦ ਨਿਰਬਾਣ ਨਾ ਚੀਨਿਆ, ਉਹ ਅਵਸਥਾ ਜਿਹਦੇ ਵਿੱਚ ਕੋਈ ਵਾਸ਼ਨਾ ਪੈਦਾ ਨਾ ਹੋਵੇ। ਇਹਦਾ ਧਿਆਨ ਹੀ ਕੋਈ ਨਹੀਂ ਇਸ ਪਾਸੇ, ਇੱਧਰ ਧਿਆਨ ਹੀ ਨਹੀਂ ਦਿੰਦਾ। ਫਿਰ ਕਹਿੰਦੇ ਇਨ ਬਿਦ ਅਭਿਓ ਨਾ ਚੂਕੈ। ਇਸ ਤਰ੍ਹਾਂ ਇਹ ਜਿਹੜੀ ਮਨ ਦੀ ਅਵਸਥਾ ਹੈ ਨਾ ਭਿੱਜਣ ਵਾਲੀ। ਪਾਠ ਕਰ ਲਿਆ, ਕਈ ਮੇਰੇ ਬਜ਼ੁਰਗ ਮਾਤਾ ਬਜ਼ੁਰਗ ਕਹਿੰਦੇ ਨੇ ਅਸੀਂ 5 ਪਾਠ ਸੁਖਮਨੀ ਸਾਹਿਬ ਤੇ ਕੀਤੇ, ਕੋਈ ਇਸ ਤੋਂ ਵੱਧ ਕਹਿੰਦੇ ਨੇ, ਕੋਈ ਇਸ ਤੋਂ ਘੱਟ ਕਹਿੰਦੇ, ਪਰ ਮਨ ਫਿਰ ਵੀ ਨਹੀਂ ਭਿੱਜਦਾ। ਇਹਦਾ ਜਿਹੜਾ ਅਪਿਓ ਅਵਸਥਾ ਹੈ ਨਾ ਭਿੱਜਣ ਵਾਲੀ ਅਵਸਥਾ, ਉਹ ਕਦੇ ਖਤਮ ਨਹੀਂ ਹੁੰਦੀ। ਕਹੀ ਨਾ ਉਪਜੈ ਉਪਜੀ ਜਾਣੈ, ਭਾਵ ਅਭਾਵ ਬਿਹੂਣਾ। ਇਹ ਵਾਸ਼ਨਾ ਜਿਹੜੀ ਕਦੇ ਜਨਮ ਨਹੀਂ ਲੈਂਦੀ, ਪਰ ਇਸ ਨੇ ਮੈਂ ਤੇ ਤੁਸੀਂ ਇਹਨੂੰ ਪੈਦਾ ਕਰ ਲਈ। ਕਹੀ ਨਾ ਉਪਜੈ ਉਪਜੀ ਜਾਣੈ, ਭਾਵ ਅਭਾਵ ਬਿਹੂਣਾ। ਇਹ ਸੋਚਣ ਤੋਂ ਅਸਮਰਥ ਹੈ ਮਨ ਵੀ ਇਹ ਮੈਂ ਕੀ ਖੇਡ ਰਚੀ ਹੈ। ਉਦੈ ਅਸਤ ਕੀ ਮਨ ਬੁੱਧ ਨਾਸੀ। ਭਗਤ ਜੀ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਜਦੋਂ ਪੈਦਾ ਹੋਣ ਤੇ ਖਤਮ ਹੋਣ ਦੀ ਗੱਲ ਮਨ ਵਿੱਚੋਂ, ਬੁੱਧੀ ਵਿੱਚੋਂ ਖਤਮ ਹੋ ਜਾਏ, ਭਾਵ ਇਤਨਾ ਪਰਮਾਤਮਾ ਨਾਲ ਪਿਆਰ ਹੋ ਜਾਏ ਕਿ ਉਹਦੇ ਹੁਕਮ ਵਿੱਚ ਸੰਸਾਰ ਬਣਿਆ, ਹੁਕਮ ਵਿੱਚ ਨਾਸ ਹੋ ਜਾਏ। ਪਰ ਇਸ ਤਰ੍ਹਾਂ ਤੇ ਅਸੀਂ ਕਦੇ ਸੋਚਦੇ ਨਹੀਂ। ਪਰ ਜਦੋਂ ਗੁਰੂ ਦੀ ਕਿਰਪਾ ਦੁਆਰਾ ਇਹ ਸਾਰੇ ਖਿਆਲੀ ਪਲਾਓ ਮੁੱਕ ਜਾਣ ਤੇ ਉਹਦੇ ਉੱਤੇ ਛੱਡ ਦਿਓ ਵੀ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਸੰਸਾਰ ਪੈਦਾ ਹੋਇਆ, ਉਹਦੀ ਰਜ਼ਾ ਵਿੱਚ ਸੰਸਾਰ ਬਿਨਸ ਜਾਏ। ਜਦੋਂ ਇਹ ਗੱਲ ਸਮਝ ਲੈ ਵੀ ਇਹ ਤੇ ਪਰਮਾਤਮਾ ਦੀ ਆਪਣੀ ਖੇਡ ਹੈ। ਭਗਤ ਜੀ ਕਹਿੰਦੇ ਨੇ ਤਉ ਸਦਾ ਸਹਿਜ ਲਿਵ ਲੀਣਾ, ਤਉ ਤਦੋਂ ਸਦਾ ਹਮੇਸ਼ਾ ਸਹਿਜ ਅਵਸਥਾ ਵਿੱਚ ਲਿਵ ਲੀਣਾ। ਇਹਦੀ ਜੋ ਲਿਵ ਹੈ, ਸੁਰਤੀ ਹੈ, ਲੀਨ ਹੋ ਜਾਂਦਾ। ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ। ਪ੍ਰਤਿਬਿੰਬ ਦਾ ਮਤਲਬ ਹੁੰਦਾ ਹੈ ਅਕਸ, ਜਿਹੜੀ ਚੀਜ਼ ਦਾ ਪਰਛਾਵਾਂ ਪੈਦਾ ਹੁੰਦਾ ਹੈ, ਉਹੀ ਬਿੰਬ ਵਿੱਚ ਮਿਲ ਜਾਏ। ਹੁਣ ਇਹ ਗੱਲ ਬੜੀ ਸਮਝਣੀ ਥੋੜ੍ਹੀ ਔਖੀ ਹੈ। ਜਿਵੇਂ ਹਨੇਰੇ ਦੇ ਕਾਰਨ ਸਾਡੇ ਆਪਣੇ ਘਰ ਵਿੱਚ ਰੱਸੀ ਪਈ ਰਹਿ ਗਈ ਹੈ,
पर सानू लगदा कि वो सप है। हुण उस सप दे भरम नूं असी पैदा कर लिया। ये ठीक है कि पैदा क्यों होया? हनेरे कर। हुण वो किवें दूर होवेगा? चानण करो, दीवा जगा लो, बस बिना किसी देरी तो वो रस्सी जिहड़ी सप नज़र आंदी सी वो फिर रस्सी बन जाए। इसे तरह भगत जी ने मिसाल दिती उदक कुंभ बिगरन। कुंभ कहते हैं घड़े नूं। जिमें घड़े विच पानी है ते पानी विच सानू परछावां नज़र आउंदा, पर जे वो घड़ा टुट जाए फिर उस बिंब जिहड़ा है वो बिंब चला जाता। कहो कबीर ऐसा गुण परम भागा, तो मन सुन समन। कबीर जी कहते ने ऐसी जदों किरपा हुई, ऐसा गुण होया ते भरम भागा, भरम दूर हो गया। तो तदों मन सुन समन, ये मन सुन अवस्था में टिक गया। तो भगत जी की बाणी बहुत डूंगी है। हाँ, प्यार नाल समझिए विचारीए तो आनंद भी बड़ा होता है, ज्ञान भी बड़ा मिलता है। वाहिगुरु जी का खालसा, वाहिगुरु जी की फतेह।